सतनाम श्री वाहिगुरु साहिब जी। मैं नहीं किश हो नहीं किश आहे न मोरा, अवसर लज्जा राख ले हो, अवसर लज्जा राख ले हो, सदना जन तोरा। प्रभ सब किश तेरा जी, मैं किश नाही मैं किछ नाही। सब किश तेरा जी, मैं किछ नाही मैं किछ नाही। सब किश तेरा जी, मैं किछ नाही मैं किछ नाही। सब सब किश तेरा जी, मैं किछ नाही मैं किछ
मैं नाही प्रभ सब किछ तेरा, के निर्गुण रूप है सरगुण, खेल करत बिच स्वामी मेरा, नगर में आप बाहर में अपन, प्रभ मेरे का सकल बसेरा, आपे ही राजन आपे ही राया, के ठाकुर के मेरा, कबीर मेरा मुझ में किछ नहीं, जो किछ है सो तेरा, तेरा तुझको सौंपते, क्या लागे मेरा, ज्ञान ध्यान दा पता ना मैनू कोई, सतगुर मेरी लाज रखे, ज्ञान ध्यान दा पता ना मैनू कोई, सतगुर मेरी लाज रखे। सतगुर मेरी लाज रखे, सतगुर मेरी लाज रखे, सतगुर मेरी लाज रखे, सतगुर मेरी लाज रखे, सतगुर नानक जिन पर ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਆਓ ਰਸਨਾ ਨੂੰ ਕਰੀਏ ਪਵਿੱਤਰ, ਗੁਰੂ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ।
प्यार और सत्कार दे नाल आखो जी वाहिगुरु जी का खालसा वाहिगुरु जी की फतेह। सतगुरां ने रहमत की है जो परिवार वालों वालों बच्ची के जन्मदिन ਦੀਆਂ खुशियां मुख रखद्या होया श्री सुखमनी साहब जी के जपा जाप गुरु घर विखे करवाए गए ने। उपरंत इन्हां दे उत्तम सदका ਆਪਾਂ ਸਾਰਿਆਂ ਨੂੰ ਹੀ ਹਰੀ ਜਸ ਹਰੀ ਕੀਰਤਨ ਵਿੱਚ ਬੈਠ ਕੇ ਇਸ ਦਰਗਾਹੀ ਸਮੇਂ ਦਾ ਆਨੰਦ ਮਾਣਨ ਦਾ ਸੁਭਾਗ ਸਮਾਂ ਮਿਲਿਆ ਹੈ। ਤਾਂ ਤੇ ਆਓ ਸ਼ਰਧਾ ਭਾਵਨਾ ਦੇ ਨਾਲ ਬੈਠ ਕੇ ਇਸ ਸਮੇਂ ਨੂੰ ਸਫਲਾ ਕਰੀਏ। ਰਸਨਾ ਦੇ ਨਾਲ ਧਾਰਨਾ ਕੀਰਤਨ ਵਿੱਚ ਬੋਲਣ ਦੀ ਕਿਰਪਾਲਤਾ ਕਰਨੀ ਤਾਂ ਜੋ ਸਾਡਾ ਇੱਥੇ ਆਇਆ ਸਫਲਾ ਹੋ ਜਾਵੇ। ਘਰ ਦੇ ਕੰਮਾਂ ਨੂੰ ਪਿੱਠ ਦੇ ਕੇ ਗੁਰੂ ਦੀ ਸ਼ਰਨ ਵਿੱਚ ਆਏ ਹਾਂ, ਜੇ ਇੱਥੇ ਆ ਕੇ ਮਹਾਰਾਜ ਦੀ ਬਾਣੀ ਦਾ ਆਨੰਦ ਨਾ ਲਿਆ ਫਿਰ ਆਇਆਂ ਦਾ ਕੋਈ ਲਾਭ ਨਹੀਂ ਹੋਇਆ ਕਰਦਾ। ਮਹਾਰਾਜ ਕਹਿੰਦੇ ਜਦੋਂ ਤੂੰ ਘਰੋਂ ਚੱਲ ਕੇ ਗੁਰੂ ਦਰਬਾਰ ਵਿੱਚ ਆ ਗਿਆ, ਇੱਥੇ ਆ ਕੇ ਸਮੇਂ ਦਾ ਲਾਹਾ ਪ੍ਰਾਪਤ ਕਰ। ਉਹ ਕਿਵੇਂ ਕਰਨਾ ਹੈ? ਬਾਣੀ ਦੇ ਵਿੱਚ ਮਹਾਰਾਜ ਨੇ ਬੜਾ ਵਿਸਥਾਰ ਦੇ ਨਾਲ ਖੋਲ੍ਹ ਕੇ ਦੱਸਿਆ। ਅਸੀਂ ਰੋਜ਼ ਪੜ੍ਹਦੇ ਵੀ ਹਾਂ। ਮਹਾਰਾਜ ਕਹਿੰਦੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਮ। ਇਹਨਾਂ ਅੱਖਾਂ ਦੇ ਨਾਲ ਗੁਰੂ ਦਰਬਾਰ ਵਿੱਚ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ, ਨਮਸਕਾਰ ਕਰਕੇ ਬੈਠ ਕੇ ਸੰਗਤ ਦੇ ਵਿੱਚ ਪ੍ਰੇਮ ਦੇ ਨਾਲ ਕੰਨਾਂ ਦੇ ਨਾਲ ਹਰੀ ਜਸ ਹਰੀ ਕੀਰਤਨ ਗੁਰੂ ਦੀ ਬਾਣੀ ਦਾ ਆਨੰਦ ਲੈਣਾ ਹੈ। ਮਹਾਰਾਜ ਕਹਿੰਦੇ ਇਉਂ ਜਮ ਤੂੰ ਕਰੇਂਗਾ ਤੇਰਾ ਆਇਆ ਗੁਰੂ ਚਰਨਾਂ ਦੇ ਵਿੱਚ ਉਹ ਸਫਲਾ ਹੋ ਜਾਵੇਗਾ। ਇਉਂ ਮਹਾਰਾਜ ਸਾਨੂੰ ਦੱਸਦੇ ਨੇ। ਦਰਸ਼ਨ ਕਰਕੇ ਸਤਿਗੁਰ ਦੇ ਕੰਨੀ ਸੁਣ ਲੈ ਗੁਰਾਂ ਦੀ ਬਾਣੀ। ਕਰਕੇ ਸਤਿਗੁਰ ਦੇ ਕੰਨੀ ਸੁਣ ਲੈ ਗੁਰਾਂ ਦੀ ਬਾਣੀ। महाराज कहते तेरा संगत विच आया सफला हो जावे। अंतर गुर आराधना जिहवा जप गुर नाम नेत्री सतगुर वेखना सरने सुनना गुर नाम सतगुर सेती रत्तियां दरगह पाइए ठाव। ਤਾਂ ਜਦੋਂ ਪ੍ਰੇਮ ਦੇ ਨਾਲ ਬੈਠ ਕੇ ਗੁਰੂ ਮਹਾਰਾਜ ਦੀ ਬਾਣੀ ਨੂੰ ਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣੇਗਾ, ਸੁਣ ਕੇ ਉਹਨੂੰ ਮੰਨਣ ਦੇ ਵਿੱਚ ਲੈ ਕੇ ਆਵੇਂਗਾ, ਫਿਰ ਤੇਰਾ ਭਲਾ ਹੋ ਜਾਵੇਗਾ। ਸਾਧ ਸੰਗਤ ਮਹਾਰਾਜ ਕਹਿੰਦੇ ਕੋਈ ਵਿਰਲਾ ਇਹ ਵਿਰਲਿਆਂ ਤੇ ਕਿਰਪਾ ਹੁੰਦੀ, ਅਸੀਂ ਤੁਸੀਂ ਆਏ ਸਾਰਿਆਂ ਤੇ ਕਿਰਪਾ ਨਹੀਂ। ਜਿਨ੍ਹਾਂ ਨੇ ਬਚਨਾਂ ਨੂੰ ਸੁਣ ਕੇ ਮੰਨਿਆ, ਮੰਨ ਕੇ ਕਮਾਇਆ ਹੈ, ਉਹਨਾਂ ਦੀ ਗੱਲ ਕੀਤੀ ਹੈ ਮਹਾਰਾਜ ਨੇ। ਸਤਿਗੁਰ ਸੇਤੀ ਰਤੇ ਅੰਦਰ ਗਿਆ ਪਈਏ ਠਾਓ।
महाराज कहते बचन मन के जो तू जिंदगी विच मनेगा तेनों दरगाह दे विच गुरु गरीब नवाज के चरणों के विच जगह मिल जाएगी, पर पहला सुन के उन्होंने फिर मनना पवेगा साध संगत। क्योंकि जे सुनी जाइए मनीए ना, ਉਹਦਾ ਸਾਡੇ ਤੇ ਕੋਈ ਪ੍ਰਭਾਵ ਨਹੀਂ ਪਿਆ ਕਰਦਾ। ਆਪਾਂ ਜਾਣਦੇ ਹਾਂ ਪਿਆਸ ਲੱਗੀ ਹੋਵੇ, ਕੋਲ ਜਲ ਦਾ ਗਲਾਸ ਪਿਆ ਹੋਵੇ, ਅਸੀਂ ਉਹਦੇ ਵੱਲ ਦੇਖੀ ਜਾਈਏ ਉਹਦੇ ਨਾਲ ਪਿਆਸ ਨਹੀਂ ਬੁਝਿਆ ਕਰਦੀ। ਭੁੱਖ ਲੱਗੀ ਹੈ, ਪ੍ਰਸ਼ਾਦੇ ਦਾ ਥਾਲਾ ਮੂਹਰੇ ਪਿਆ ਹੋਇਆ ਹੈ, 36 ਪ੍ਰਕਾਰ ਦਾ ਭੋਜਨ ਹੈ, ਚਾਹੇ ਉਹਦਾ ਉੱਕਾ ਮਿਰਸਾ ਵੀ ਭੋਜਨ ਪਿਆ ਹੈ, ਭੋਜਨ ਨੂੰ ਦੇਖੀ ਜਾਵਾਂਗੇ, ਥਾਲੇ ਨੂੰ ਦੇਖੀ ਜਾਵਾਂਗੇ, ਸਾਧ ਸੰਗਤ ਉਹਦੇ ਨਾਲ ਭੁੱਖ ਨਹੀਂ ਦੂਰ ਹੋਇਆ ਕਰਦੀ। ਭੁੱਖ ਕਦੋਂ ਦੂਰ ਹੋਣੀ ਹੈ? ਜਦੋਂ ਉਦਮ ਕਰਕੇ ਥਾਲੇ ਵਿੱਚੋਂ ਪ੍ਰਸ਼ਾਦਾ ਚੱਕ ਕੇ ਬੁਰਕੀ ਤੋੜ ਕੇ ਆਪਣੇ ਮੂੰਹ ਵਿੱਚ ਪਾਵਾਂਗੇ ਸਾਧ ਸੰਗਤ, ਫਿਰ ਭੁੱਖ ਮਿਟਿਆ ਕਰਦੀ ਹੈ। ਪਾਣੀ ਦੇ ਗਲਾਸ ਨੂੰ ਦੇਖ ਕੇ ਭੁੱਖ ਨਹੀਂ ਮਿਟਣੀ। ਭੁੱਖ ਕਦੋਂ ਮਿਟਣੀ ਹੈ? ਸਾਧ ਸੰਗਤ ਜਦੋਂ ਉਦਮ ਕਰਕੇ ਗਲਾਸ ਨੂੰ ਚੁੱਕ ਕੇ ਅਸੀਂ ਪਾਣੀ ਨੂੰ ਜਲ ਨੂੰ ਪੀਵਾਂਗੇ, ਸਾਡੇ ਅੰਦਰ ਜਾਵੇਗਾ, ਫਿਰ ਸਾਡੀ ਪਿਆਸ ਬੁਝ ਜਾਇਆ ਕਰਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆਉਣਾ ਹੈ ਗੁਰੂ ਦਰਬਾਰ ਦੇ ਵਿੱਚ, ਸ਼ਰਧਾ ਭਾਵਨਾ ਦੀ ਝੋਲੀ ਬਣਾ ਕੇ ਬੈਠ ਕੇ ਗੁਰੂ ਦੇ ਬਚਨਾਂ ਨੂੰ ਸੁਣਨਾ ਤੇ ਸੁਣ ਕੇ ਮੰਨਣਾ ਹੈ, ਫਿਰ ਜਾ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਔਰ ਦਰਗਾਹ ਦੇ ਵਿੱਚ ਥਾਂ ਮਿਲਦਾ ਹੈ। ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦੇ ਨੇ। ਤਲਵੰਡੀ ਸਾਬੋ ਆਪਾਂ ਜਾਣਦੇ ਹਾਂ, ਇੱਥੇ ਭਾਈ ਡੱਲੇ ਨੇ ਬੜੀ ਮਹਾਰਾਜ ਦੀ ਸੇਵਾ ਕੀਤੀ ਸੀ ਸਾਧ ਸੰਗਤ। ਔਰ ਮਹਾਰਾਜ ਇੱਕ ਦਿਨ ਸੇਵਾ ਤੋਂ ਖੁਸ਼ ਹੋ ਕੇ ਪੁੱਛਿਆ ਸੀ, ਕਹਿੰਦੇ ਡੱਲਿਆ ਮੰਗ ਕੀ ਮੰਗਦਾ, ਤੇਰੀ ਸੇਵਾ ਤੋਂ ਬੜੇ ਖੁਸ਼ ਹਾਂ। ਸਾਧ ਸੰਗਤ ਭਾਈ ਡੱਲੇ ਨੇ ਕਿਹਾ ਸੀ, ਮਹਾਰਾਜ ਜੇ ਤੁੱਠੇ ਹੋ ਮੈਨੂੰ ਦਰਗਾਹ ਦੇ ਵਿੱਚ ਇੱਕ ਪੀੜੇ ਜਿੰਨੀ ਜਗ੍ਹਾ ਦੇ ਦਿਓ। ਮਹਾਰਾਜ ਮੁਸਕਰਾ ਪਏ, ਕਹਿੰਦੇ ਡੱਲਿਆ ਇਹ ਨਹੀਂ ਹੋ ਸਕਦਾ। ਕਹਿੰਦਾ ਮਹਾਰਾਜ ਆਪੇ ਕਹਿੰਦੇ ਮੰਗ ਲਾ, ਕੀ ਮੰਗਣਾ? ਮਹਾਰਾਜ ਕਹਿੰਦੇ ਦਰਗਾਹ ਦੇ ਵਿੱਚ ਇਉਂ ਜਗ੍ਹਾ ਨਹੀਂ ਮਿਲਦੀ। ਉਹ ਤਾਂ ਸਾਧ ਸੰਗਤ ਬਚਨ ਮੰਨਣੇ ਪੈਂਦੇ ਨੇ, ਹੁਕਮ ਮੰਨਣਾ ਪੈਂਦਾ ਹੈ। ਮਹਾਰਾਜ ਹੁਕਮ ਕਹਿੰਦੇ ਹਾਂ ਡੱਲਿਆ ਦਰਗਾਹ ਦੇ ਵਿੱਚ ਤਾਂ ਤੈਨੂੰ ਸੂਈ ਦੇ ਨੱਕੇ ਜਿੰਨੀ ਵੀ ਜਗ੍ਹਾ ਨਹੀਂ ਮਿਲਣੀ। ਕਿਉਂ? ਕਿਉਂਕਿ ਮਹਾਰਾਜ ਕਹਿੰਦੇ ਤੂੰ ਭਾਈ ਅੰਮ੍ਰਿਤ ਨਹੀਂ ਛਕਿਆ। ਕਹਿੰਦਾ ਮਹਾਰਾਜ ਮੈਂ ਤਾਂ ਰੋਜ਼ ਛਕਦਾ। ਕਹਿੰਦੇ ਕਦੋਂ? ਕਹਿੰਦੇ ਮਹਾਰਾਜ ਜਿਹੜਾ ਆਪ ਜੀ ਦਾ ਸੀਤ ਪ੍ਰਸਾਦ ਹੈ ਉਹ ਅੰਮ੍ਰਿਤ ਜਾਣ ਕੇ ਮੈਂ ਛਕਦਾ ਹਾਂ। ਮਹਾਰਾਜ ਮੁਸਕਰਾ ਪਏ, ਕਹਿੰਦੇ ਉਹ ਨਹੀਂ ਡੱਲਿਆ, ਉਹ ਸੀਤ ਪ੍ਰਸਾਦ ਹੈ, ਉਹ ਅੰਮ੍ਰਿਤ ਨਹੀਂ ਹੈ। ਅੰਮ੍ਰਿਤ ਪੰਜਾਂ ਸਿੰਘਾਂ ਦੇ ਕੋਲੋਂ ਛਕ ਕੇ ਤਿਆਰ ਬਰ ਤਿਆਰ ਹੋਣਾ ਹੈ। ਇਉਂ ਜੇ ਤੂੰ ਕਰੇਗਾ ਫਿਰ ਪੀੜੇ ਦੀ ਕਿਹੜੀ ਗੱਲ ਹੈ, ਜਿਤਨੀ ਤੈਨੂੰ ਜਗ੍ਹਾ ਚਾਹੀਦੀ ਹੈ ਦਰਗਾਹ ਦੇ ਵਿੱਚ ਤੂੰ ਲੈ ਸਕਦਾ। ਕਹਿੰਦਾ ਮਹਾਰਾਜ ਅੰਮ੍ਰਿਤ ਤਾਂ ਚਲੋ ਮੈਂ ਇਹ ਛਕਦਾ। ਕਹਿੰਦੇ ਫਿਰ ਨਾਮ ਜਪਣਾ ਪੈਂਦਾ। ਕਹਿੰਦੇ ਨਾਮ ਵੀ ਮੈਂ ਜਪਦਾ। ਕਹਿੰਦੇ ਕਿਹੜਾ? ਕਹਿੰਦੇ ਵਾਹਿਗੁਰੂ ਆ। ਮਹਾਰਾਜ ਕਹਿੰਦੇ ਇਉਂ ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੇ, ਤਾਂ ਫਲ ਪਾਵੈ ਕੋਈ। ਕਹਿੰਦੇ ਕਹਿਣ ਨਾਲ ਸੁਣ ਤੋਂ ਸੁਣਤੀ ਆਪਾਂ ਕਹਿੰਦੇ ਸਾਨੂੰ ਪਤਾ ਹੀ ਆ ਵੀ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ, ਸੁਖਮਨੀ ਸਾਹਿਬ ਦਾ ਪਾਠ ਕਰ ਲੈਣਾ ਭਲਾ ਹੋ ਗਿਆ, ਸਾਡਾ ਜੀਵਨ ਮੁਕਤ ਹੋ ਗਿਆ। ਨਹੀਂ, ਮਹਾਰਾਜ ਕਹਿੰਦੇ ਇੱਕ ਗੋਲੀ ਹੈ ਜਿਹੜੀ ਹੱਥ ਦੇ ਨਾਲ ਮਾਰ ਦਿੱਤੀ ਜਾਵੇ, ਇੱਕ ਗੋਲੀ ਹੈ ਜਿਹਨੂੰ ਪਿਸਟਲ ਵਿੱਚ ਪਾ ਕੇ ਮਾਰਿਆ ਜਾਵੇ, ਉਹਦੇ ਨਾਲ ਬੰਦਾ ਮਰ ਜਾਇਆ ਕਰਦਾ ਹੈ। ਹੱਥ ਨਾਲ ਮਾਰੀ ਹੋਈ ਗੋਲੀ ਦਾ ਅਸਰ ਨਹੀਂ ਹੋਇਆ ਕਰਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਕੋਲੋਂ ਨਾਮ ਲੈ ਕੇ ਉਹਦਾ ਅਭਿਆਸ ਕਰਨਾ ਹੈ, ਉਹਦੀ ਕੋਈ ਹੋਰ ਗੱਲ ਹੈ। ਜਿਹੜਾ ਆਪਣੇ ਆਪ ਸੁਣ ਤੋਂ ਸੁਣਤੀ ਕਰਨਾ, ਉਹਦਾ ਰੰਗ ਨਹੀਂ ਫਿਰ ਲੱਗਿਆ ਕਰਦਾ। ਡੱਲਿਆ ਅੰਮ੍ਰਿਤ ਛਕ ਕੇ ਗੁਰੂ ਦੇ ਬਚਨ ਕਮਾਉਣੇ ਪੈਣੇ। ਖੈਰ ਸਾਧ ਸੰਗਤ ਮਹਾਰਾਜ ਕਹਿੰਦੇ ਡੱਲਿਆ ਜੇ ਦਰਗਾਹ ਦੇ ਵਿੱਚ ਜਗ੍ਹਾ ਲੈਣੀ ਤਾਂ ਤੈਨੂੰ ਬਚਨ ਮੰਨਣਾ ਪੈਣਾ ਹੈ, ਨਹੀਂ ਤਾਂ ਉਹ ਜਗ੍ਹਾ ਮਿਲਣੀ ਨਹੀਂ ਦਰਗਾਹ ਦੇ ਵਿੱਚ ਕੋਈ। ਜਿੰਨਾ ਚਿਰ ਨੀ ਅੰਮ੍ਰਿਤ ਛਕਣਾ ਜਗ੍ਹਾ ਮਿਲਣੀ ਨਾ ਦਰਗਾਹ ਦੇ ਵਿੱਚ ਕੋਈ। ਜਿੰਨਾ ਚਿਰ ਨੀ ਅੰਮ੍ਰਿਤ ਛਕਣਾ ਜਗ੍ਹਾ ਮਿਲਣੀ ਨਾ ਦਰਗਾਹ ਦੇ ਵਿੱਚ। ਡੱਲਿਆ ਜਿੰਨਾ ਚਿਰ ਅੰਮ੍ਰਿਤ ਛਕਣਾ, ਡੱਲਿਆ ਜਿੰਨਾ ਚਿਰ ਅੰਮ੍ਰਿਤ ਛਕਣਾ।
जिन्ना चिर अमृतधारी नहीं हुंदा, ये गुरु घर का सिद्धांत है, सासंग मर्यादा है। महाराज कहते उन्ना चिर तेनू दरगाह दे विच जगह नहीं मिलनी। खैर महाराज का बचन मन्निया, दरगाह दे विच भी जगह लै गया। साध संगत बचन मन के दस बेनती कर रहा, सुनते जरूर हाँ, सुन के उन्होंने मनन विच लैके आना। जिन्हों ने मन्निया साध संगत उन्होंने बेड़े पार हो गए, उन्होंने गुरु दी रहमतां गुरु दी बख्शिशां हो गई। आपां देखते हाँ, देखण दे विच आउंदा है कई सज्जण ऐसे भी होंदे पहलां दा जीवन कोई होर है, पर जदों गुरु घर आउंदा, गुरु दे बचन सुनदा, इतिहास पढ़दा, इतिहास सुनदा, फिर साथ संगत उन्होंने रंग लगता, रंग लगता लगता लग जाया करता, फिर वो गुरु वाला बन के अपना जीवन बतीत करता, क्योंकि उन्हें सुन के मन लिया। ਜਿਹੜੇ सुनी जाते हैं मनते नहीं, उन्होंने असर नहीं होया करता। खैर साध संगत असी कुछ प्राप्त करने लिए आए हाँ। धन गुरु रामदास जी महाराज सच्चे पातशाह कहते अज लाहौर तो इन्हों के परिवार चों सिहारी माल जी आते ने, बेनती की महाराज मेरे लड़के का ब्याह है, कृपा करो आप जी लाहौर के चादर पाओ। साध संगत वो लाहौर वाले, वो परिवार वाले, वो भाईचारा जिहड़ा कभी गुरु रामदास जी महाराज की बांह नहीं सी पड़ी। महाराज ने आप लिखा ना, हम रुलते फिरते कोई बात ना पूछता, तो सतगुरु संग कीरे हम थापे। वो समा भी गुरु रामदास जी महाराज के भाई जेठे ते आया सी, जदों परिवार वाले भाईचारक सांझ वाले होर जिहड़े है साध संगत उन्होंने बांह नहीं सी फड़ी, गुरु की शरण विच आए सी। गुरु की शरण विच आए तो महाराज ने जेठे तो गुरु रामदास बना दिता सी। कदों जदों गुरु के बचनों ते चलते रहे। बेनती की महाराज लड़के की शादी है, कृपा करके दर्शन दिओ। उत्थे संगतां भी उड़िकदियां ने। महाराज कहण लगे जदों असीं आवांगे भाई साडा आउणा मुनासिब नहीं है, बड़ा औखा हो जाएगा। क्यों? जदों असीं आवांगे साडा आउण की खबर सुन के संगतां भी उत्थे जुड़नगियां। साध संगत जिन्हां दे घरां विच जावांगे संगत बहुत होवेगी, ते हो सकता है वो खर्चा जिहड़ा वो जिस संगत का वो गुरु दे सिख उठा ना सकन, जिस करके बड़ा औखा होगा साढ़े आने करके। उत्थे वो भी संगत बहुत जुड़ जाएगी साध संगत। फिर वो कहने लगे महाराज आप भी दसो किवें बने, असीं चाहुंदे हैं आप जी चरण पाओ। कहते साडा तां आउणा संभव नहीं है। कहते महाराज आपके पुत्रां दे पिछों किसी नूं भेज दो। कहण लगे हाँ पुत्रां पिछों किसी नूं भेज दिंदे हाँ। दास बेनती कर रहा, जिन्हां ने सुन के मन्निया उन्होंने बड़ियां बड़ियां पदवियां पा लईआं। गल मन्नण ते आके निबड़नी है। ते महाराज ने अपने बड़े पुत्र पिरसी चंद नूं सद्या, दस्या बेटा तेरे ताए सिहारी मल दे लड़के का ब्याह है, लाहौर जाना पवेगा। ये पिरसी चंद आपां जानते हाँ, पढ़ते हाँ, सुनिया भी है, बड़ा साध संगत छात्र बंदा सी।
ਇਹ ਗੁਰੂ ਦੇ ਬਚਨਾਂ ਤੇ ਨਹੀਂ ਸੀ ਚੱਲਦਾ। ਸਾਸਨ ਆਪਣੀ ਚਤੁਰਾਈ ਵਰਤਿਆ ਕਰਦਾ ਸੀ। ਬਹੁਤ ਐਸੇ ਹੁੰਦੇ ਨੇ ਗੁਰੂ ਘਰ ਵਿੱਚ ਵੀ ਆਉਂਦੇ ਨੇ, ਪਰ ਆਪਣੀ ਚਤੁਰਾਈ ਆਪਣੀ ਸਿਆਣਪ ਨਹੀਂ ਛੱਡਿਆ ਕਰਦੇ। ਜਦ ਕਿ ਪੜ੍ਹਦੇ ਵੀ ਨੇ ਕਿ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਪਰ ਉਹ ਪੱਲੇ ਵਿੱਚ ਨਹੀਂ ਪਾਉਂਦੇ। ਇੱਥੇ ਇਹ ਚਤੁਰਾਈ ਦਾ ਮਾਰਗ ਨਹੀਂ, ਇੱਥੇ ਆ ਕੇ ਚਤੁਰਾਈਆਂ ਨਹੀਂ ਚੱਲਿਆ ਕਰਦੀਆਂ। ਦੁਨੀਆਦਾਰੀ ਨਾਲ ਜੋ ਮਰਜ਼ੀ ਕਰੀ ਜਾਓ। ਗੁਰੂ ਦੇ ਘਰ ਦੇ ਵਿੱਚ ਤਾਂ ਸ਼ਰਧਾ ਭਾਵਨਾ ਵਾਲਿਆਂ ਦੇ ਬੇੜੇ ਪਾਰ ਹੋਣੇ ਨੇ, ਉਹਨਾਂ ਨੂੰ ਫਲ ਲੱਗਿਆ ਕਰਦਾ ਹੈ। ਸਾਧ ਸੰਗਤ, ਹੁਣ ਪਿਤਾ ਗੁਰੂ ਰਾਮਦਾਸ ਜੀ ਨੂੰ ਆਨਾਕਾਨਾ ਕਰਦਾ ਹੈ, ਕਹਿਣ ਲੱਗਾ ਮਹਾਰਾਜ ਦੇਖੋ ਮੈਂ ਚਲਿਆ ਜਾਵਾਂਗਾ ਲਾਹੌਰ, ਆ ਪਿੱਛੇ ਇਤਨਾ ਕਾਰੋਬਾਰ ਹੈ, ਇਹਨਾਂ ਨੂੰ ਕੌਣ ਸਾਂਭੂਗਾ? ਇਹ ਕਾਰੋਬਾਰ ਨੂੰ ਕੌਣ ਸਾਂਭੂਗਾ? ਇੱਥੇ ਮਾਇਆ ਦਾ ਇਤਨਾ ਲੈਣ ਦੇਣ ਹੈ, ਹੋਰ ਵੀ ਆਪਦੀ ਉਸਾਰੀ ਹੋ ਰਹੀ ਹੈ, ਪਰ ਉਸ ਪ੍ਰਬੰਧ ਕੌਣ ਸਾਂਭੇਗਾ? ਸਾਧ ਸੰਗਤ ਜਾਣ ਨੂੰ ਜੀ ਨਹੀਂ ਸੀ ਕਰਦਾ। ਕਿਉਂ? ਮਨ ਦੇ ਵਿੱਚ ਵਿਚਾਰ ਸੀ ਜੇ ਮੈਂ ਅੱਜ ਚਲਿਆ ਜਾਵਾਂਗਾ ਮਹਾਰਾਜ ਸਾਰਾ ਇਹ ਕਾਰੋਬਾਰ ਦਾ ਜੋ ਲੇਖਾ ਜੋਖਾ ਹੈ, ਮਾਇਆ ਦਾ ਜੋ ਲੇਖਾ ਜੋਖਾ ਹੈ, ਉਹ ਕਿਤੇ ਅਰਜਨ ਦੇਵ ਨੂੰ ਨਾ ਦੇ ਦੇਣ ਜਾਂ ਕਿਸੇ ਹੋਰ ਦੇ ਸਪੁਰਦ ਨਾ ਕਰ ਦੇਣ, ਫਿਰ ਮੇਰੇ ਹੱਥ ਆਉਣਾ ਮੁਸ਼ਕਲ ਹੋ ਜਾਵੇਗਾ। ਆਨਾਕਾਨੀ ਕਰਦਾ। ਮਹਾਰਾਜ ਕਹਿਣ ਲੱਗੇ ਠੀਕ ਹੈ ਜਿਵੇਂ ਤੇਰੀ ਮਰਜ਼ੀ ਹੈ, ਨਹੀਂ ਜਾਣਾ ਕੋਈ ਗੱਲ ਨਹੀਂ। ਕਹਿੰਦੇ ਤੁਸੀਂ ਮਹਾਦੇਵ ਨੂੰ ਕਹਿ ਦਿਓ, ਦੂਸਰੇ ਭਰਾ ਨੂੰ ਕਹਿ ਦਿਓ। ਸੱਚੇ ਪਾਤਸ਼ਾਹ ਨੇ ਮਹਾਦੇਵ ਨੂੰ ਸੱਦ ਕੇ ਕਿਹਾ ਬੇਟਾ ਤੇਰੇ ਤਾਏ ਸਿਹਾਰੀ ਮਲ ਦੇ ਲੜਕੇ ਦਾ ਵਿਆਹ ਹੈ, ਸ਼ਾਦੀ ਹੈ, ਉੱਥੇ ਜਾਣਾ ਪਵੇਗਾ। ਉਹ ਸਾਸਨ ਅਵਧੂਤ ਸੀ, ਉਹ ਦੁਨੀਆ ਤੋਂ ਬੇਪਰਵਾਹ ਸੀ। ਉਹ ਕਹਿੰਦਾ ਕਿਹੜਾ ਤਾਇਆ, ਕਿਹੜੇ ਚਾਚੇ, ਕੋਈ ਰਿਸ਼ਤੇਦਾਰੀ ਨਹੀਂ, ਇਹ ਸੰਸਾਰ ਤੇ ਇਉਂ ਫਾਨੀ ਹੈ, ਪਨਾਹ ਦਾ ਮਕਾਮ ਹੈ, ਇੱਥੇ ਚਿੱਤ ਲਾਉਣਾ ਠੀਕ ਨਹੀਂ ਹੈ। ਸਾਧ ਸੰਗਤ ਖੈਰ ਮਹਾਰਾਜ ਨੇ ਆਪਣੇ ਛੋਟੇ ਪੁੱਤਰ ਸ੍ਰੀ ਅਰਜਨ ਦੇਵ ਜੀ ਨੂੰ ਸੱਦਿਆ। ਹਲੇ ਗੁਰਤਾ ਗੁਰਗੱਦੀ ਨਹੀਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸੱਦਿਆ ਕਹਿਣ ਲੱਗੇ ਬੇਟਾ ਤੈਨੂੰ ਲਾਹੌਰ ਜਾਣਾ ਪੈਣਾ, ਤੇਰੇ ਤਾਏ ਸਿਹਾਰੀ ਮਲ ਦੇ ਲੜਕੇ ਦਾ ਵਿਆਹ ਸ਼ਾਦੀ ਹੈ, ਉੱਥੇ ਜਾਣਾ ਪੈਣਾ ਹੈ। ਤੁਮੇ ਹੱਥ ਜੋੜ ਕੇ ਖੜ ਗਏ। ਕਹਿੰਦੇ ਮਹਾਰਾਜ ਗੁਰੂ ਪਿਤਾ ਜਿਵੇਂ ਆਪ ਜੀ ਦਾ ਹੁਕਮ ਹੈ, ਜਿਵੇਂ ਆਪ ਜੀ ਹੁਕਮ ਕਰੋਗੇ ਉਵੇਂ ਹੀ ਹੋਵੇਗਾ। ਕਹਿੰਦੇ ਇੱਕ ਗੱਲ ਯਾਦ ਰੱਖੀ, ਜਿੰਨਾ ਚਿਰ ਅਸੀਂ ਬੁਲਾਈਏ ਨਾ ਉਹਨਾਂ ਚਿਰ ਤੂੰ ਇੱਥੇ ਅੰਮ੍ਰਿਤਸਰ ਦੀ ਧਰਤੀ ਤੇ ਨਹੀਂ ਆਉਣਾ। ਕਹਿੰਦੇ ਠੀਕ ਹੈ ਪਿਤਾ ਜੀ, ਜਿਵੇਂ ਆਪ ਜੀ ਦੀ ਆਗਿਆ। ਇੱਕ ਦਫਾ ਮੈਂ ਮਾਤਾ ਜੀ ਨੂੰ ਜਾ ਕੇ ਮਿਲ ਆਵਾਂ। ਕਹਿੰਦੇ ਹਾਂ ਮਾਤਾ ਜੀ ਨੂੰ ਮਿਲ ਲਓ। ਗਏ। ਸਾਧ ਸੰਗਤ ਮਾਤਾ ਦੇ ਚਰਨੀ ਹੱਥ ਲਾਇਆ, ਨਮਸਕਾਰ ਕੀਤੀ, ਸਾਰੀ ਵਾਰਤਾ ਦੱਸ ਦਿੱਤੀ ਕਿ ਮੈਨੂੰ ਲਾਹੌਰ ਜਾਣਾ ਪੈਣਾ, ਗੁਰੂ ਪਿਤਾ ਦਾ ਹੁਕਮ ਹੈ, ਜਿੰਨਾ ਚਿਰ ਬੁਲਾਈਏ ਨਾ ਉਹਨਾਂ ਚਿਰ ਇੱਥੇ ਆਉਣਾ ਨਹੀਂ ਹੈ। ਮਾਤਾ ਨੇ ਸਾਧ ਸੰਗਤ ਅਸੀਸ ਦਿੱਤੀ। ਨਾਲ ਦੀ ਨਾਲ ਇੱਕ ਬਚਨ ਸਾਂਝਾ ਕੀਤਾ, ਕਹਿੰਦੀ ਬੇਟਾ ਖਿਆਲ ਰੱਖੀ ਇਹ ਗੱਦੀ ਜਿਹੜੀ ਹੈ ਇਹ ਹਮੇਸ਼ਾ ਸੇਵਕ ਨੂੰ ਮਿਲੀ ਹੈ। ਗੁਰੂ ਪਿਤਾ ਦੇ ਹੁਕਮ ਦੇ ਵਿੱਚ ਰਹਿਣਾ, ਇਕੱਲਾ ਪਿਤਾ ਨਹੀਂ ਜਾਣਨਾ, ਪਰਮੇਸ਼ਰ ਜਾਣ ਕੇ ਹੁਕਮ ਦੀ ਪਾਲਣਾ ਕਰਨੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸੇਵਾ ਦੇ ਵਿੱਚ ਭਾਈ ਲਹਿਣਾ ਜੀ ਆਏ ਸੀ। ਕਹਿੰਦੇ ਉਹਨਾਂ ਨੇ ਗੁਰਤਾ ਗੁਰਗੱਦੀ ਪੁੱਤਰਾਂ ਨੂੰ ਨਾ ਦੇ ਕੇ ਆਪਣੇ ਸੇਵਕ ਨੂੰ ਦਿੱਤੀ ਸੀ, ਕਿਉਂਕਿ ਉਹ ਬਚਨਾਂ ਦੇ ਵਿੱਚ ਪੂਰਾ ਉਤਰਿਆ ਸੀ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਗੁਰਤਾ ਗੁਰਗੱਦੀ ਨਹੀਂ ਦਿੱਤੀ, ਬਾਬੇ ਅਮਰਦਾਸ ਨੂੰ ਦਿੱਤੀ ਸੀ। ਕਿਉਂ? ਉਹ ਹੁਕਮ ਦੇ ਵਿੱਚ ਪੂਰੇ ਸੀ, ਬਚਨਾਂ ਤੇ ਚੱਲਦੇ ਸੀ, ਸਾਧ ਸੰਗਤ ਸੇਵਾ ਦੇ ਵਿੱਚ ਪੂਰੇ ਸੀ। ਤੇਰੇ ਪਿਤਾ ਨੇ ਸੇਵਾ ਕੀਤੀ ਸਾਧ ਸੰਗਤ ਸਹੁਰਾ ਜਾਣ ਕੇ ਨਹੀਂ ਕੀਤੀ, ਪਰਮੇਸ਼ਰ ਜਾਣ ਕੇ ਕੀਤੀ, ਤੇ ਉਹਨਾਂ ਨੇ ਉਹ ਗੁਰਤਾ ਗੁਰਗੱਦੀ ਦਾ ਵਾਰਸ ਤੇਰੇ ਪਿਤਾ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਬਣਾ ਦਿੱਤਾ। ਖਿਆਲ ਰੱਖੀ ਗੁਰੂ ਸੇਵਾ ਤੇ ਰੀਝਦਾ ਹੈ, ਗੁਰੂ ਦਿਖਾਵੇ ਤੇ ਨਹੀਂ ਰੀਝਦਾ। ਗੁਰੂ ਜਿਹੜਾ ਉਹਦਾ ਬਚਨ ਮੰਨਦਾ ਹੈ ਉਹਦੇ ਤੇ ਰੀਝਿਆ ਕਰਦਾ। ਤੂੰ ਗੁਰੂ ਪਿਤਾ ਦਾ ਬਚਨ ਮੰਨਣਾ ਹੈ। ਜਿੰਨਾ ਚਿਰ ਤੈਨੂੰ ਹੁਕਮ ਹੋਇਆ ਹੈ ਉਹਨਾਂ ਚਿਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨਹੀਂ ਆਉਣਾ, ਲਾਹੌਰ ਦੇ ਵਿੱਚ ਹੀ ਬਚਣਾ ਹੈ। ਪੁੱਤਰ ਜੀ ਯਾਦ ਰੱਖਿਓ, ਉਹ ਸ਼ਰਧਾ ਧਾਰ ਕੇ ਗੁਰਾਂ ਦੇ ਉੱਤੇ ਜਿਹੜੇ ਉਹਨਾਂ ਦੇ ਬੇੜੇ ਪਾਰ ਹੋਣਗੇ। ਸ਼ਰਧਾ ਧਾਰ ਕੇ ਗੁਰਾਂ ਦੇ ਜਿਹੜੇ ਉਹਨਾਂ ਦੇ ਬੇੜੇ ਪਾਰ ਹੋਣਗੇ। ਬੱਚਿਆ ਉਹਨਾਂ ਦੇ ਬੇੜੇ ਪਾਰ ਹੋਣਗੇ। ਬੱਚਿਆ ਉਹਨਾਂ ਦੇ ਬੇੜੇ ਪਾਰ ਹੋਣਗੇ।
श्रद्धा बना के रखी उन्होंने बेड़े पार होए। तुम्हें अपने पिता ते परमेश्वर का सासंग रूप जान के पिता के बचनों को निभाना है, उन्होंने फुल चाड़ उन्होंने कमाना है। माता जी तो आग्ञा लैके शाह पिता जी तो आग्ञा लैके धन गुरु रामदास जी महाराज तो साहब श्री गुरु अर्जन देव जी महाराज लाहौर में चाले पाते इतने रहिंदे ने महाराज। ਉਹੀ ਚਾਲੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਵਾਲੀ ਸੰਗਤਾਂ ਦੇ ਵਿੱਚ ਵਿਚਰਦੇ ਨੇ, ਸੇਵਾ ਵੀ ਕਰਦੇ ਨੇ, ਸਿਮਰਨ ਕਰਦੇ ਨੇ, ਸੰਗਤਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਦੇ ਨੇ, ਭਾਵ ਕੇ ਸਤ ਸੰਗਤ ਕਰਦੇ ਨੇ, ਨਾਮ ਜਪਦੇ ਨੇ ਤੇ ਜਪਾਉਂਦੇ ਨੇ। ਇਹ ਗੁਰੂ ਘਰ ਦੀ ਚਾਲੀ ਹੈ, ਇਹ ਗੁਰੂ ਦੇ ਸਿੱਖ ਦਾ ਜੀਵਨ ਹੋਇਆ ਕਰਦਾ ਹੈ। ਆਪ ਜਪੇ ਅਵਰਾ ਨਾਮ ਜਪਾਵੇ, ਆਪ ਵੀ ਜਪਣਾ ਹੈ ਔਰ ਹੋਰਾਂ ਨੂੰ ਵੀ ਪ੍ਰੇਰਨਾ ਕਰਕੇ ਗੁਰੂ ਦੇ ਨਾਮ ਦੇ ਨਾਲ ਜੋੜਨਾ ਹੈ, ਉਹਨਾਂ ਕੋਲੋਂ ਵੀ ਨਾਮ ਜਪਾਉਣਾ ਹੈ। ਇਹ ਸਭ ਤੋਂ ਵੱਡਾ ਪੁੰਨ ਹੈ। कल मैं यह पुन गुण गोबिंद गाहे, मालक के गुण गाने, वह नाम जपना सब तो बड़ा पुन है। लोग पुन खट्टन के लिए कड़ा बड़े पैसे खर्चते हैं, बड़ा कुछ करते हैं, पर जिन्होंने श्रद्धा भावना के नाल गुरु का नाम जपया, महाराज कहते उन्होंने सब तो बड़ा फल कलयुग का मिल जाया करता है। लाहौर के विच महाराज ने यही चाली रखी साध संगत जी, वो नाम जपना जपाना संगत करनी। हो जो ब्याह के कारज तो हो गए, ब्याह के कारजों तो बाद महाराज उत्थे महाराज क्योंकि हुक्म नहीं सी आउण दा, कहते जो हुक्म करांगे सुनेहा भेजांगे उदों तुसीं अमृतसर साहिब की धरती ते आउणा है। समा बीतदा जाता है, साध संगत मन गुरु के दर्शनों तो बगैर उतावला हो जाता है। महाराज ने फिर एक चिट्ठी लिखी है, साध संगत शब्द हजारे असीं याद करते हैं। अमृत वेले दी बाणी दे विच कई गुरु के प्यारे इहदा जाप करते हैं। मेरा मन लोचै गुरदर्शन ताई बिल करे, चात रखी न्याय त्रिखना उतरे शांत ना आवे, बिन दर्शन संत प्यारे जियो। माझ महला पंजवां दे विच महाराज ने लिखिया होया है। ये चिट्ठी लिख के महाराज ने एक सिख के हथ भेजी है कि जा पिता गुरु रामदास जी महाराज के चरणों में दे के आओ, उन्होंने फड़ा के आओ। बेवलता जाहिर की है साध संगत की कहते ने महाराज वो चिट्ठी दे विच, मन लोचदा तरस दियां अखियां तेरियां सितारियां, मन लोचदा तरस दियां अखियां तेरियां सितारियां, मन लोचदा मानता
तेरे अवतारिया मन जोतरा करत जिया अखियां तेरे अवतारिया ਬੇਵਲਤਾ ਦੇ ਨਾਲ ਭਰੀ ਹੋਈ ਜਿਹੜੀ ਚਿੱਠੀ ਹੈ ਉਹ ਲਿਖਦੇ ਨੇ ਮਹਾਰਾਜ ਨੂੰ, ਸਿੱਖ ਨੂੰ ਦੇ ਦਿੱਤੀ, ਜਾ ਕੇ ਗੁਰੂ ਪਿਤਾ ਨੂੰ ਦੇਣੀ ਕਰੋ। ਉਹ ਚੱਲ ਕੇ ਲਾਹੌਰ ਤੋਂ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪੁੱਜਦਾ ਹੈ, ਮਹਾਰਾਜ ਨੂੰ ਮਿਲਣ ਦੇ ਲਈ ਅੱਗੋਂ ਪ੍ਰਿਥੀ ਚੰਦ ਮਿਲਦਾ ਹੈ। ਦੇਖਿਆ ਇਹ ਉਪਰਾਜਾ ਸਿੱਖ ਹੈ, ਪੁੱਛਿਆ ਕਿਵੇਂ ਕਿਵੇਂ ਆਉਣਾ ਹੋਇਆ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨੇ ਨੇ। ਕਹਿੰਦੇ ਹਾਲੇ ਤਾਂ ਆਰਾਮ ਕਰਦੇ ਨੇ। ਦੱਸੋ ਕਿੱਥੋਂ ਆਏ ਹੋ, ਕੀ ਕੰਮ ਹੈ? ਕਿ ਦੱਸਿਆ ਮੈਂ ਲਾਹੌਰ ਤੋਂ ਆਇਆ, ਮੈਨੂੰ ਸ੍ਰੀ ਅਰਜਨ ਦੇਵ ਜੀ ਨੇ ਭੇਜਿਆ ਹੈ। ਇੱਕ ਪੱਤਰਕਾਰ ਹੈ, ਇੱਕ ਚਿੱਠੀ ਹੈ ਜਿਹੜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਦੇਣੀ ਹੈ। ਬੜਾ ਹੈਰਾਨ ਹੋਇਆ ਪ੍ਰਿਥੀ ਚੰਦ। ਦਸ ਪਹਿਲਾਂ ਬੇਨਤੀ ਕਰ ਚੁੱਕਾ, ਬੜਾ ਚਤਰ ਚਲਾਕ ਸੀ, ਬੜੀਆਂ ਚਤਰਾਈਆਂ ਕਰਦਾ ਸੀ। ਇਹਨੇ ਉਹ ਚਿੱਠੀ ਪਕੜ ਲਈ, ਉਹ ਸਿੱਖ ਦੇ ਕੋਲੋਂ ਕਹਿਣ ਲੱਗਾ ਕੋਈ ਗੱਲ ਨਹੀਂ, ਚਿੱਠੀ ਦਿਓ ਮੈਨੂੰ, ਮੈਂ ਗੁਰੂ ਪਿਤਾ ਨੂੰ ਦੇ ਆਉਂਦਾ ਹਾਂ, ਰੁਕੋ ਤੇ ਮੈਂ ਤੁਹਾਨੂੰ ਜਵਾਬ ਵੀ ਨਾਲ ਹੀ ਦੇ ਦਿੰਦਾ ਹਾਂ ਜੋ ਪਿਤਾ ਜੀ ਕਹਿਣਗੇ। ਅੰਦਰ ਜਾਂਦਾ ਹੈ ਤੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਤਾਂ ਮਿਲਦਾ ਹੀ ਨਹੀਂ। ਸਾਧ ਸੰਗਤ ਉਹ ਚਿੱਠੀ ਨੂੰ ਪੜ੍ਹਦਾ ਹੈ ਵੀ ਕੀ ਲਿਖਿਆ ਹੈ, ਸੋਚਦਾ ਹੈ ਵੀ ਇਹ ਵੀ ਬਾਣੀ ਰਚਣ ਲੱਗ ਪਿਆ ਅਰਜਨ ਦੇਵ ਜੀ। ਖੈਰ ਸਾਧ ਸੰਗਤ ਥੋੜਾ ਸਮਾਂ ਅੰਦਰ ਰਹਿ ਕੇ ਵਾਪਸ ਆ ਕੇ ਉਹ ਸਿੱਖ ਨੂੰ ਕਹਿੰਦਾ ਤੇਰੀ ਚਿੱਠੀ ਗੁਰੂ ਰਾਮਦਾਸ ਜੀ ਨੂੰ ਮੈਂ ਦੇ ਦਿੱਤੀ, ਪਹੁੰਚਦੀ ਕਰ ਦਿੱਤੀ ਹੈ। ਉਹਨਾਂ ਦਾ ਹੁਕਮ ਹੈ ਕਿ ਅਰਜਨ ਦੇਵ ਨੂੰ ਕਿਹੋ ਹੱਲੇ ਨਹੀਂ ਆਉਣਾ, ਅਜੇ ਉੱਥੇ ਰਹਿ ਕੇ ਸੇਵਾ ਕਰੇ, ਜਦੋਂ ਸਮਾਂ ਹੋਵੇਗਾ ਅਸੀਂ ਆਪ ਬੁਲਾ ਲਵਾਂਗੇ। ਸਿੱਖ ਉਹ ਸੁਨੇਹਾ ਲੈ ਕੇ ਗੁਰੂ ਮਹਾਰਾਜ ਦੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਪੁੱਜਦਾ ਹੈ। ਆ ਕੇ ਦੱਸ ਦਿੱਤਾ, ਕਹਿਣ ਲੱਗਾ ਮਹਾਰਾਜ ਚਿੱਠੀ ਮੈਂ ਪਹੁੰਚਦੀ ਕਰ ਦਿੱਤੀ। ਸੁਨੇਹਾ ਮਹਾਰਾਜ ਦਾ ਹੈ ਕਿ ਹਜੇ ਨਹੀਂ, ਜਦੋਂ ਸਮਾਂ ਆਵੇਗਾ ਅਸੀਂ ਆਪ ਹੀ ਆਪ ਜੀ ਨੂੰ ਬੁਲਾ ਲਵਾਂਗੇ, ਹਜੇ ਇੱਥੇ ਰਹਿ ਕੇ ਸੇਵਾ ਕਰੋ। ਸਾਧ ਸੰਗਤ ਗੁਰੂ ਦਾ ਹੁਕਮ ਮੰਨਣਾ ਸਿੱਖ ਦਾ ਫਰਜ਼ ਹੋਇਆ ਕਰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਬਚਨਾਂ ਤੇ ਚੱਲੀ ਜਾਂਦੇ ਨੇ। ਕਦੋਂ ਗੁਰੂ ਪਿਤਾ ਜੀ ਮੈਨੂੰ ਸੱਦਣਗੇ, ਕਿਉਂਕਿ ਮਨ ਦੀ ਬੇਵਲਤਾ ਜਿਹੜੀ ਹੈ, ਪਿਆਸ ਜਿਹੜੀ ਹੈ, ਤਾਂਘ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ। ਸਾਧ ਸੰਗਤ ਸਮਾਂ ਬੀਤਿਆ ਥੋੜਾ ਹੋਰ, ਹੁਣ ਹੋਰ ਸਹਿਣ ਨਹੀਂ ਹੁੰਦਾ। ਕਹਿੰਦੇ ਦੂਸਰੀ ਵੀ ਚਿੱਠੀ ਲਿਖੀ ਮਹਾਰਾਜ ਨੇ। ਉਹ ਕੀ ਲਿਖਿਆ, ਤੇਰਾ ਮੁਖ ਸੁਹਾਵਾ ਜੀਉ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰਿਉ ਪ੍ਰਾਣੀ, ਧਾਂਸੂ ਦੇਸ ਜਹਾਂ ਤੋਂ ਬਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਮਹਾਰਾਜ ਕਹਿੰਦੇ ਇਉਂ ਚਿੱਠੀ ਲਿਖ ਕੇ ਫਿਰ ਉਹ ਪੱਤਰਕਾ ਦਿੱਤੀ ਤੇ ਉਹਨੂੰ ਕਿਹਾ ਜਾ ਕੇ ਗੁਰੂ ਪਿਤਾ ਨੂੰ ਦੇਣੀ ਕਰੋ। ਇਹਦੇ ਭਾਵ ਇੰਜ ਸੀ ਚਿੱਠੀ ਦੇ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਇਉਂ ਉਹ ਚਿੱਠੀ ਦੇ ਭਾਵ ਸੀ। ਸਾਧ ਸੰਗਤ ਉਹ ਸਿੱਖ ਫਿਰ ਚਿੱਠੀ ਲੈ ਕੇ ਜਾਂਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਕੀ ਹੁੰਦਾ, ਉਹ ਪ੍ਰਿਥੀ ਚੰਦ ਫਿਰ ਮਿਲ ਪੈਂਦਾ ਹੈ ਅੱਗੇ। ਦੇਖਿਆ ਉਹੀ ਸਿੱਖ ਹੈ। ਸਾਧ ਸੰਗਤ ਚਿੱਠੀ ਫੜ ਲਈ, ਕਹਿੰਦਾ ਮੈਂ ਜਵਾਬ ਲਿਆ ਕੇ ਦਿੰਦਾ ਹਾਂ। ਅੰਦਰ ਚਲਿਆ ਜਾਂਦਾ, ਮਹਾਰਾਜ ਨੂੰ ਮਿਲਣ ਨਹੀਂ ਦਿੰਦਾ, ਮਹਾਰਾਜ ਦੇ ਨਾਲ ਸਿੱਖ ਦਾ ਮਿਲਾਪ ਨਹੀਂ ਹੋਣ ਦਿੰਦਾ ਪ੍ਰਿਥੀ ਚੰਦ। ਸਾਧ ਸੰਗਤ ਚਤਰਾਈਆਂ ਵਰਤਦਾ ਹੈ।
देखता है कि हुण वो समा भी नेड़े है जो गुरु अमरदास जी महाराज ने धन गुरु रामदास जी महाराज आप दी उम्र दी है। महाराज का संसार तो जाण दा समा भी नेड़े है, किते इहो ना होवे अर्जन देव आ जावे महाराज ਉਹਦੇ बड़े प्रसन्न ने ਉਹਨੂੰ गुरता गुरगद्दी की बख्शिश कर देन। ऐसा वो होना नहीं सी देना चाहता साध संगत जी। फिर आके वो सिख नूं कह दिता भी जाके अजे भी गुरु पिता का हुक्म है कि जदों हुक्म करांगे भेजांगे कोई उस समय आ जाना, हले तुसीं इत्थे ही लाहौर ही टिके रहो। साध संगत उस सिख ने हुण जदों गुरु अर्जन देव जी महाराज के चरणों च गया तो कहने लगा महाराज आज मैनूं कोई गल कोई चंगी नहीं लगी। महाराज कहंदे की होया भाई? कहते पत्रिका मैं वो बिरथी चंद नूं दित्ती, पहली पत्रिका भी उन्हें फड़ी सी जवाब लिया के दे दिता सी मैनूं। जो मैं दूजी पत्रिका फड़ाई ਉਹਦੇ चेहरे के हाव भाव कुछ होर ही सी। महाराज मैनूं कोई चंगा नहीं लगा। महाराज कहते अच्छा कोई गल नहीं। गुरु अर्जन देव जी महाराज कहते इउं कर आ ले तीजी पत्रिका, ये तीजी पत्रिका साध संगत ये हुण जदों जाना है तो जाके जिस वेले दीवान सजिया होवेगा धन गुरु रामदास जी महाराज दरबार विच बैठे होणगे, संगत विच सुभायमान होणगे, ये चिट्ठी उस समय जाके देनी, ये पिरती चंद नूं नहीं पढ़ाउणी। महाराज ने पक्कियां करके वो सिख नूं भेज दिता। वो सिख हुण बड़े ध्यान दे नाल आउंदा है, देखदा है अज अज महाराज का दरबार सजिया होया है। उस समय पहुंच गया जदों महाराज दरबार विच बैठे ने, संगत विच बैठे ने। जाके दर्शन किए, नमस्कार की। एक पत्रिका जिहड़ी है साध संगत वो महाराज के चरणों के विच रखी। कहते महाराज आ पत्रिका भेजी है। महाराज कहने लगे अच्छा। जब महाराज ने पढ़िया साध संगत ਉਹਦੇ ਵਿੱਚ लिखिया सी एक घड़ी ना मिलते ता कल जुग होता, हुण कद मिलिए प्रतुत भगवंता, मोहे नींद आवे रहन ना, मोहे रहन ना विहावे नींद ना आवे, बिन देखे गुर दरबारे जियो। हों को लीजियो घोल कमाई ते सच्चे गुर दरबारे जियो। महाराज ने जदों वो पत्रिका चिट्ठी पढ़ी बड़े प्रसन्न होए। महाराज दा ਉਹਦੇ ਵਿੱਚ ਇਉਂ ਬੇਵਲਤਾ ਦੇ ਨਾਲ ਭਰਿਆ ਹੋਇਆ ਸੁਨੇਹਾ ਸੀ। ਕੀ ਕਹਿੰਦੇ मोहे रहन ना आवे जी नींद ना आवे, नींद ना आवे रहना बिहावे जी, नींद ना आवे नींद ना आवे रहना बिहावे जी। मोहे रहना बिहावे जी नींद ना आवे, नींद ना आवे रहना बिहावे जी, नींद ना आवे नींद ना आवे। जदों वो पत्रिका सासंग पढ़ी ਉਹਦੇ ਵਿੱਚ ਇਹ ਲਿਖਿਆ ਸੀ कि घड़ी ना मिलते तां कलयुग होता। महाराज ने पिछे नंबर लिखिया, तीसरा नंबर लिखिया, 3 नंबर लिखिया। महाराज बड़े हैरान होए कि पहलियां 2 पत्रिकावां वो चिट्ठियां किथे गईयां। खैर जदों महाराज ने पढ़ी प्रसन्न हो गए। कहते बाबा बुढ़ा साहब जी ने हुक्म किया कुछ सिख नाल लैके जाओ, अर्जन देव जी ने लाहौर तो लैके आओ। ते बाबा जी महाराज का हुक्म पा के लाहौर पहुँचते हैं। साध संगत लाहौर पहुँच के जो धन गुरु अर्जन देव जी महाराज के दर्शन किए निहाल हो गए। इधर गुरु अर्जन देव जी महाराज अपने गुरु पिता वालों भेजे हुए महापुरख पूर्ण ब्रह्म ज्ञानी बाबा बुढ़ा साहब जी के दर्शन करके धन हो गए।
ਕਹਿੰਦੇ ਮਹਾਂਪੁਰਸ਼ ਦੱਸਦੇ ਸੀ, ਕਹਿੰਦੇ ਫਿਰ ਚੌਥੀ ਚਿੱਠੀ ਵੀ ਮਹਾਰਾਜ ਨੇ ਉੱਥੇ ਉਚਾਰੀ ਸੀ ਜਦੋਂ ਦਰਸ਼ਨ ਕੀਤੇ ਨਾ ਬਾਬਾ ਬੁੱਢਾ ਸਾਹਿਬ ਦੇ। ਤੇ ਕੀ ਉਚਾਰਨ ਕੀਤਾ? ਗੁਰ ਸੰਤ ਮਿਲਾਇਆ ਭਾਗ ਹੋਆ, ਗੁਰ ਸੰਤ ਮਿਲਾਇਆ ਭਾਗ ਹੋਆ। ਗੁਰ ਸੰਤ ਮਿਲਾਇਆ ਭਾਗ ਹੋਆ, ਗੁਰ ਸੰਤ ਮਿਲਾਇਆ ਭਾਗ ਹੋਆ। ਭਾਗਾਂ ਵਾਲਾ ਦਿਨ ਹੈ, ਭਾਗ ਹੋਆ ਗੁਰ ਸੰਤ ਮਿਲਾਇਆ। ਜਦੋਂ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਣ, ਨਾਮ ਜਪਣ ਵਾਲਿਆਂ ਦੇ ਦਰਸ਼ਨ ਹੋਣ, ਗੁਰਬਾਣੀ ਕਹਿੰਦੇ ਉਹ ਸਮਾਂ ਭਾਗਾਂ ਵਾਲਾ ਹੈ, ਉਹ ਸੋਭਨੀਕ ਹੈ। ਪਰ ਆਪਾਂ ਇੱਥੇ ਸੰਸਾਰ ਦੇ ਕੁਝ ਲੋਕ ਐਸੇ ਨੇ ਜਿਹੜੇ ਸਤਿਪੁਰਸ਼ਾਂ ਦੀ, ਸਾਧੂਆਂ ਦੀ, ਮਹਾਂਪੁਰਸ਼ਾਂ ਦੀ, ਸੰਤਾਂ ਦੀ ਨਿੰਦਿਆ ਕਰਦੇ ਨੇ। ਤੇ ਦੂਸਰੇ ਪਾਸੇ ਜੇ ਗੁਰਬਾਣੀ ਨੂੰ ਦੇਖੀਏ, ਉਹ ਕਹਿੰਦੇ ਭਾਗ ਹੋਆ ਗੁਰ ਸੰਤ ਮਿਲਾਇਆ। ਮੇਰੇ ਵੱਡੇ ਭਾਗ ਨੇ, ਅੱਜ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਹੋ ਗਏ। ਸਾਧ ਸੰਗਤ ਪਰਸਪਰ ਮਿਲੇ, ਸੁਖ ਸਾਂਦ ਪੁੱਛੀ। ਕੁਝ ਸਮਾਂ ਬਾਬਾ ਬੁੱਢਾ ਸਾਹਿਬ ਜੀ ਰਹਿ ਕੇ ਫਿਰ ਨਾਲ ਮਹਾਰਾਜ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ। ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ। ਇੱਥੇ ਆ ਕੇ ਸਾਧ ਸੰਗਤ ਮਹਾਰਾਜ ਨੇ ਨਮਸਕਾਰ ਕੀਤੀ, ਚਰਨਾਂ ਤੇ ਡਿੱਗ ਪੈਂਦੇ ਨੇ। ਨੇਤਰਾਂ ਦੇ ਵਿੱਚੋਂ ਜਲ ਜਾਂਦਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰੂ ਪਿਤਾ ਦੇ ਚਰਨਾਂ ਤੇ ਆ ਕੇ ਢਹਿ ਪੈਂਦੇ ਨੇ। ਸਾਧ ਸੰਗਤ ਉਹ ਵਿਛੋੜਾ, ਉਹ ਬੈਰਾਗ, ਉਹ ਸਹਿਆ ਨਹੀਂ ਸੀ ਜਾਂਦਾ ਮਹਾਰਾਜ ਦੇ ਕੋਲੋਂ। ਖੈਰ ਹੁਣ ਮਿਲਾਪ ਹੋਇਆ ਹੈ ਤਾਂ ਮਹਾਰਾਜ ਨੇ ਬੜਾ ਪ੍ਰੇਮ, ਬੜਾ ਸਤਿਕਾਰ ਕੀਤਾ। ਕਹਿਣ ਲੱਗੇ ਅਰਜਨ ਦੇਵ, ਇਤਨਾ ਸਮਾਂ ਹੋ ਗਿਆ। ਲਿਖਣ ਵਾਲਾ ਇਤਿਹਾਸਕਾਰ ਲਿਖਦਾ 2 ਸਾਲ ਮਹਾਰਾਜ ਨੇ ਸੱਦਿਆ ਨਹੀਂ ਸੀ, 2 ਸਾਲ ਗੁਜ਼ਰ ਗਏ ਸੀ ਇਹ ਲਾਹੌਰ ਦੇ ਵਿੱਚ ਮਹਾਰਾਜ ਨੂੰ। ਖੈਰ ਸਾਧ ਸੰਗਤ ਕਹਿੰਦੇ ਇੱਕੋ ਹੀ ਇਤਨੇ ਸਮੇਂ ਦੇ ਵਿੱਚ ਤੁਸੀਂ ਇੱਕੋ ਹੀ ਪੱਤਰਕਾ ਭੇਜੀ ਹੈ। ਸਾਧ ਸੰਗਤ ਕਿਉਂ ਪੁੱਛਿਆ? ਕਿਉਂਕਿ ਇਹ ਪ੍ਰਿਥੀ ਚੰਦ ਦਾ ਪਾਜ ਜਿਹੜਾ ਸੀ ਉਗਾੜਨਾ ਸੀ ਵੀ ਇਤਨਾ ਝੂਠਾ ਮਕਾਰੀ ਚਤਰਵਾਜ ਹੈ। ਕਹਿੰਦੇ ਮਹਾਰਾਜ ਇੱਕ ਨਹੀਂ, ਮੈਂ ਤਾਂ 2 ਚਿੱਠੀਆਂ ਪਹਿਲਾਂ ਵੀ ਭੇਜ ਚੁੱਕਾ ਹਾਂ। ਆਪ ਜੀ ਜਾਣਦੇ ਹੋ, ਆਪ ਜੀ ਅੰਤਰਜਾਮੀ ਹੋ, ਸਭ ਦੇ ਘਰਾਂ ਦੀਆਂ ਜਾਣਨ ਵਾਲੇ ਹੋ ਮਹਾਰਾਜ। ਕਹਿੰਦੇ ਫਿਰ ਵੀ ਇੱਕੋ ਹੀ ਪੱਤਰਕਾ? ਕਹਿੰਦੇ ਨਹੀਂ ਮਹਾਰਾਜ, 2 ਪੱਤਰਕਾ ਮੈਂ ਪਹਿਲਾਂ ਭੇਜੀਆਂ ਸੀ। ਆਹ ਸਿੱਖ ਉਹ ਵੀ ਨਾਲ ਆਇਆ ਹੋਇਆ ਸੀ। ਕਹਿੰਦੇ ਮਹਾਰਾਜ ਆਹ ਸਿੱਖ ਦੇ ਕੋਲ ਮੈਂ ਭੇਜੀਆਂ ਸੀ। ਉਹ ਸਿੱਖ ਨੇ ਫਿਰ ਉੱਠ ਕੇ ਮਹਾਰਾਜ ਨੂੰ ਨਮਸਕਾਰ ਕਰਕੇ ਗਲ ਵਿੱਚ ਪੱਲਾ ਪਾਇਆ, ਦੋਵੇਂ ਹੱਥ ਜੋੜੇ। ਕਹਿੰਦੇ ਮਹਾਰਾਜ ਮੈਂ 2 ਚਿੱਠੀਆਂ ਪਹਿਲਾਂ ਵੀ ਲੈ ਕੇ ਆਇਆ ਸੀ। ਕਹਿੰਦੇ ਕਿ ਭਾਈ ਸਾਨੂੰ ਤਾਂ ਮਿਲੀਆਂ ਨਹੀਂ। ਕਹਿੰਦੇ ਮਹਾਰਾਜ ਉਹ ਆਪ ਜੀ ਦੇ ਵੱਡੇ ਸਪੁੱਤਰ ਪ੍ਰਿਥੀ ਚੰਦ ਨੂੰ ਦਿੱਤੀਆਂ ਸੀ, ਬਾਬਾ ਪ੍ਰਿਥੀ ਚੰਦ, ਉਹਨਾਂ ਨੂੰ ਚਿੱਠੀਆਂ। ਮਹਾਰਾਜ ਕਹਿਣ ਲੱਗੇ ਅੱਛਾ ਜਾਓ, ਕਹਿੰਦੇ ਪ੍ਰਿਥੀ ਚੰਦ ਨੂੰ ਬੁਲਾ ਕੇ ਲੈ ਕੇ ਆਓ। ਸਾਧ ਸੰਗਤ ਦੇਖੋ, ਕੋਈ ਲੱਖ ਚਤਰਾਈਆਂ ਕਰੀ ਜਾਵੇ, ਜਦੋਂ ਗੁਰੂ ਆਪਣਾ ਹਿਸਾਬ ਕਰਦਾ ਹੈ, ਗੁਰੂ ਸਾਧ ਸੰਗਤ ਲੇਖਾ ਜੋਖਾ ਕਰਦਾ ਹੈ, ਫਿਰ ਸਾਰੇ ਪਾਜ ਉਗੜ ਜਾਇਆ ਕਰਦੇ ਨੇ। ਬੰਦਾ ਬੰਦੇ ਤੋਂ ਛੁਪਾ ਲਓ, ਗੁਰੂ ਤੋਂ ਕੌਣ ਲੁਕਾਊ? ਸਾਧ ਸੰਗਤ ਗੁਰੂ ਸਮਰੱਥ ਹੈ। ਕਹਿੰਦੇ ਜਾਓ ਪ੍ਰਿਥੀ ਚੰਦ ਨੂੰ ਲੈ ਕੇ ਆਓ। ਜਦੋਂ ਪ੍ਰਿਥੀ ਚੰਦ ਕੋਲ ਗਏ, ਇਸ਼ਨਾਨ ਕਰ ਰਿਹਾ ਸੀ, ਉਹਦੇ ਸੇਵਕ ਬਾਹਰ ਖੜੇ ਸੀ ਬਸਤਰ ਲੈ ਕੇ। ਜਾ ਕੇ ਹੁਕਮ ਸੁਣਾਇਆ, ਮਹਾਰਾਜ ਦਾ ਵੀ ਯਾਦ ਕਰਦੇ ਨੇ। ਉਹ ਬਸਤਰ ਪਾ ਕੇ ਕਾਲੀ ਕਾਲੀ ਸਾਧ ਸੰਗਤ ਗੁਰੂ ਦਰਬਾਰ ਦੇ ਵਿੱਚ ਆਉਂਦਾ ਹੈ। ਆ ਕੇ ਨਮਸਕਾਰ ਕਰੀ ਜਦ ਦੇਖਿਆ ਉਹ ਸਿੱਖ ਵੀ ਬੈਠਾ, ਅਰਜਨ ਦੇਵ ਮਹਾਰਾਜ ਵੀ ਆ ਗਏ ਨੇ। ਹੁਣ ਮਨ ਦੇ ਵਿੱਚ ਉਹ ਚੱਲਣ ਲੱਗ ਪਿਆ ਵੀ ਇਹ ਕੀ ਬਣ ਗਿਆ।
अर्जन देव तो पहला ही आ गया, महाराज के जान का समा भी है, किते उही गल ना होवे मैं तमाम उम्र गुरता गद्दी दे लई इत्थे बड़ा कुछ कीता, चतराइयां झूठ बोले ने, महाराज इहदे ते प्रसन्न होकर इहनूं गुरता गद्दी ना दे दे देन। महाराज नमस्कार की, किवें सद्या? महाराज कहंदे भाई आ सिख कुछ कहिंदा है ते ये पहला भी आया सी, पत्रिका तैनूं दित्ती, एक दो पत्रिका तेरे कोल ने, तू वो पत्रिका सानूं लिया के दे। महाराज नूं कहण लगा पिता जी तुसीं भी उही गल्लां करदे, मेरे कोल तां कोई पत्रिका नहीं आई। इस सिख नूं भुलेखा पै गया होना, इस बंदे नूं भुलेखा पै गया होना, ये किसी होर नूं फड़ा गया होना, जां कोई इहदे कोल इधर उधर हो गईयां होणीआं, मेरा नाम लई जांदा है। महाराज कहण लगे ऐसा नहीं। उस सिख ने कहा नहीं प्रिथी चंद जी, मैं तुहानूं मिल के तुहानूं पत्रिका दित्ती सी, तुसीं कहा सी मैं गुरु रामदास जी महाराज दे कोल हुक्म लैके आउंदा, तुसीं मैनूं आह गल्लां कहियां सी भी हले अर्जन देव जी आउण ना, हले गुरु पिता दा हुक्म नहीं है। वो कहण लगा है ऐसा तो मैं कहा ही नहीं। महाराज कहण लगे देख प्रिथी चंद, सिख झूठ नहीं बोलता। वो कहण लगा प्रिथी चंद कहंदा आ कौडी दा सिख, कहंदा महाराज आ कौडी दा सिख आ, इहदा तुसीं किहा मनदे हो? मैं तुहाडा पुत्तर हाँ, तुसीं इहदी गल मान ले, मेरी गल नहीं मनदे। कहंदे जदों कौडी दा सिख कहा ना, गुरु रामदास जी महाराज जिहड़ा गुरु है ना, वो अपने सिख दा निरादर नहीं जरिया करता। महाराज कहंदे जिन्हों कौडी दा दसदा ना, कौडी दा, ये कौडी दा नहीं सिख, ये तां राजियां दा राजा सिख मेरा, कौडी दा ना आखिए, राजियां दा राजा सिख मेरा, कौडी दा ना आखिए, राजियां दा सिख कौडी दा नहीं है साध संगत। कई कहेंगे बेचारा सिख नहीं, ये तो महाराज ने बादशाहियां बख्शियां हुई ने, बेचारा नहीं है, ये गरीब नहीं है। महाराज कहते इहदा राजियां दा भी राजा, कौडी दा ना आख इहनूं। महाराज नूं इस गल दा दुख लगा। सिख उहदी पदवी महाराज ने बड़ी उच्ची रखी है, पर अज असीं
ਉਹਨਾਂ ਪਦਵੀਆਂ ਨੂੰ ਸਾਧ ਸੰਗਤ ਲੋਕਾਂ ਦੇ ਪੈਰਾਂ ਥੱਲੇ ਲਿਤਾੜੀ ਜਾਂਦੇ ਚੰਦ ਮਾਇਆ ਦੇ ਛਿਲੜਾਂ ਪਿੱਛੇ। ਮਹਾਰਾਜ ਨੇ ਰਾਜੇ ਬਣਾ ਕੇ ਰੱਖਿਆ ਆਪਣੇ ਸਿੱਖਾਂ ਨੂੰ। ਸਾਧ ਸੰਗਤ ਰਾਜੇ ਰਹੀਏ, ਰਾਜੇ ਤੋਂ ਮਹਾਰਾਜੇ ਬਣੀਏ ਗੁਰੂ ਦੇ ਬਚਨ ਕਮਾ ਕੇ। ਐਵੇਂ ਛਿਲੜਾਂ ਦੇ ਪਿੱਛੇ ਲੋਕਾਂ ਦੇ ਪਿੱਛੇ ਲੱਗ ਕੇ ਸਾਧ ਸੰਗਤ ਗੁਰੂ ਦੀ ਸ਼ਾਨ ਨੂੰ ਘਟਾਈਏ। ਖੈਰ ਮਹਾਰਾਜ ਕਹਿੰਦੇ ਇਹ ਸਿੱਖ ਕੌਡੀ ਦਾ ਨਹੀਂ, ਇਹ ਤਾਂ ਰਾਜਿਆਂ ਦਾ ਰਾਜਾ ਹੈ। ਮੰਨਿਆ ਨਹੀਂ। ਮਹਾਰਾਜ ਕਹਿੰਦੇ ਹੁਣ ਜੇ ਨਹੀਂ ਮੰਨਦਾ ਤਾਂ ਇਉਂ ਕਰ, ਇੱਕ ਸਿੱਖ ਨੂੰ ਭੇਜਿਆ, ਕਹਿੰਦੇ ਜਾਓ, ਇੱਕ ਦੋ ਸਿੱਖ ਭੇਜੇ, ਇਹਦੇ ਘਰੇ ਚਲੇ ਜਾਓ। ਘਰ ਜਾ ਕੇ ਇਹਦੇ ਫਲਾਣੀ ਜਗ੍ਹਾ ਇਹਦਾ ਜਾਮਾ ਪਿਆ ਹੈ, ਕੁੜਤਾ ਕਹਿ ਦਿੰਦੇ ਆਪਾਂ, ਸਾਧ ਸੰਗਤ ਚੋਲਾ ਕਹਿ ਦਿੰਦੇ, ਜਾ ਕੇ ਇਹਦਾ ਜਾਮਾ ਪਿਆ ਹੈ, ਉਹਦੀ ਸੱਜੀ ਜੇਬ ਦੇ ਵਿੱਚ ਜਾ ਕੇ ਦੇਖੋ, ਉਹ ਪੱਤਰਕਾਵਾਂ ਪਈਆਂ। ਗੁਰੂ ਅੰਤਰਜਾਮੀ। ਅਸੀਂ ਕਈ ਦਫਾ ਗੁਰੂ ਨੂੰ ਵੀ ਅਣਜਾਣ ਹੀ ਜਾਣ ਲੈਂਦੇ ਹਾਂ, ਵੀ ਇਹਨੂੰ ਕਿਹੜਾ ਪਤਾ ਲੱਗਦਾ। ਗੁਰੂ ਅੰਤਰਜਾਮੀ ਆ ਸਾਧ ਸੰਗਤ ਜੀ। ਕਹਿੰਦੇ ਜਾਓ, ਜਾ ਕੇ ਉਹ ਸੱਜੀ ਜੇਬ ਤੋਂ ਕੱਢ ਕੇ ਲੈ ਕੇ ਆਓ। ਸਿੱਖ ਗਏ ਘਰ। ਸਾਧ ਸੰਗਤ ਹੁਣ ਇਹ ਹੈਰਾਨ ਪਰੇਸ਼ਾਨ ਹੁੰਦਾ ਕਿ ਮੇਰਾ ਜਿਹੜਾ ਝੂਠ ਹੈ ਉਹ ਪਕੜਿਆ ਜਾਵੇਗਾ। ਕਿੰਨਾ ਚਿਰ ਝੂਠ ਬੋਲ ਲਵੇਗਾ। ਸੱਚ ਇੱਕ ਵਾਰੀ, ਝੂਠ ਨੂੰ ਬਾਰ-ਬਾਰ ਬੋਲਣਾ ਪੈਂਦਾ, ਫਿਰ ਵੀ ਉਹ ਉਜਾਗਰ ਹੋ ਜਾਇਆ ਕਰਦਾ ਹੈ। ਜਦੋਂ ਸਿੱਖ ਗਏ, ਮਹਾਰਾਜ ਦੇ ਦੱਸੇ ਅਨੁਸਾਰ ਉਹ ਚੋਗਾ, ਉਹ ਚੋਲਾ, ਉਹ ਜਾਮਾ ਜਦੋਂ ਖੋਲਿਆ, ਸਾਧ ਸੱਜੀ ਜੇਬ ਦੇਖੀ, ਉਹਦੇ ਵਿੱਚ ਉਹ ਦੋ ਪੱਤਰਕਾਵਾਂ ਪਈਆਂ ਹੋਈਆਂ, ਚਿੱਠੀਆਂ ਪਈਆਂ, ਜਿਹੜੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਲਿਖੀਆਂ ਹੋਈਆਂ। ਲੈ ਆਏ। ਸਭਾ ਦੇ ਵਿੱਚ ਸੰਗਤ ਬੈਠੀ ਹੈ, ਹੋਰ ਵੀ ਲਿਆ ਕੇ ਮਹਾਰਾਜ ਨੂੰ ਆਪਣਾ ਫੜਾ ਦਿੱਤੀਆਂ ਚਿੱਠੀਆਂ। ਕਹਿੰਦੇ ਲਓ ਮਹਾਰਾਜ, ਇਹਦੇ ਚੋਲੇ ਦੇ ਵਿੱਚੋਂ ਚਿੱਠੀਆਂ। ਕਹਿਣ ਲੱਗਾ ਮਹਾਰਾਜ, ਹੱਲੇ ਵੀ ਨਹੀਂ ਮੰਨਦਾ ਸਾਧ ਸੰਗਤ ਜੀ, ਹੱਲੇ ਵੀ ਨਹੀਂ ਮੰਨਦਾ, ਹੰਕਾਰੀ ਹੈ, ਮਾਇਆ ਦਾ ਪਰਦਾ ਪਿਆ ਹੋਇਆ ਹੈ। ਕਹਿੰਦਾ ਇਹ ਤਾਂ ਮੈਂ ਲਿਖਿਆ, ਇਹ ਤਾਂ ਮੈਂ ਲਿਖੀਆਂ ਨੇ, ਮੈਂ ਵੀ ਜਾਣਦਾ ਹਾਂ ਬਾਣੀ ਲਿਖਣੀ। ਉਹ ਕਹਿੰਦੇ ਜੇ ਤੂੰ ਲਿਖੀਆਂ ਨੇ, ਆ 3 ਹੋ ਗਈਆਂ। ਮਹਾਰਾਜ ਕਹਿਣ ਲੱਗੇ ਚੌਥੀ ਵੀ ਪੂਰੀ ਕਰ ਦੇ, ਚੌਥਾ ਪਦ ਵੀ ਪੂਰਾ ਕਰ। ਕਹਿੰਦੇ ਸਾਧ ਸੰਗਤ ਹੁਣ ਆਪ ਕਰੇ ਤਾਂ ਜੇ ਲਿਖਿਆ ਹੋਵੇ। ਝੂਠ ਤੇ ਝੂਠ ਬੋਲਦਾ ਸੀ, ਹੁਣ ਪੱਲੇ ਕੁਝ ਨਹੀਂ ਹੈ। ਸਾਧ ਸੰਗਤ ਜੀ ਮਹਾਰਾਜ ਨੇ ਇਹਦਾ ਝੂਠ ਉਜਾਗਰ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹੁਕਮ ਹੋਇਆ, ਕਹਿੰਦੇ ਅਰਜਨ ਦੇਵ ਚੌਥਾ ਪਦ ਉਚਾਰਨ ਕਰੋ। ਫਿਰ ਮਹਾਰਾਜ ਨੇ ਉਚਾਰਨ ਕੀਤਾ ਸੀ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਸੇਵ ਕਰੀ ਪਲ ਚਸਾ ਨਾ ਬਿਛਣਾ, ਜਨ ਨਾਨਕ ਦਾਸ ਤੁਮਾਰੇ ਜਿਉ। ਹਾਂ ਭੋਲੀ ਜਿਉ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜਿਉ। ਕਹਿੰਦੇ ਜਦੋਂ ਉਹ ਪੱਤਰਕਾਰ ਮਹਾਰਾਜ ਚੌਥੀ ਚਿੱਠੀ ਲਿਖੀ, ਮਹਾਰਾਜ ਨੇ ਆਪਣੇ ਸੀਨੇ ਨਾਲ ਲਾ ਲਿਆ, ਆਪਣੀ ਛਾਤੀ ਦੇ ਨਾਲ ਗਲਵਕੜੀ ਵਿੱਚ ਲੈ ਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਮਹਾਰਾਜ ਨੇ ਹੁਕਮ ਕੀਤਾ ਸੀ ਵੀ ਹੁਣ ਗੁਰਤਾ ਗੁਰਗੱਦੀ ਜਿਹੜੀ ਹੈ ਉਹ ਸ੍ਰੀ ਅਰਜਨ ਦੇਵ ਜੀ ਨੂੰ ਦਿੱਤੀ ਜਾਵੇਗੀ। ਮਹਾਰਾਜ ਨੇ ਚਿੱਠੀ ਜਦੋਂ ਪੜ੍ਹੀ ਨਾ, ਉਹਦੇ ਭਾਵ ਕੁਝ ਇਹੋ ਜਿਹੇ ਸੀ। ਘਰ ਮੈਂ ਪਾਇਆ ਜੀ ਪ੍ਰਭ ਅਬਨਾਸੀ, ਪ੍ਰਭ ਅਬਨਾਸੀ। ਘਰ ਮੈਂ ਪਾਇਆ ਜੀ ਪ੍ਰਭ ਅਬਨਾਸੀ, ਪ੍ਰਭ ਅਬਨਾਸੀ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਮਹਾਰਾਜ ਨੇ ਹੁਕਮ ਕਰ ਦਿੱਤਾ। ਸਾਧ ਇਹਦੇ ਪ੍ਰਿਥੀ ਚੰਦ ਹੁਣ ਆਪਣੀ ਬੇਇੱਜ਼ਤੀ ਨਹੀਂ ਸਹਾਰ ਸਕਦਾ। ਦਰਬਾਰ ਦੇ ਵਿੱਚੋਂ ਅੱਗ ਬਬੂਲਾ ਹੁੰਦਾ ਚਲਿਆ ਜਾਂਦਾ ਹੈ। ਸਾਧ ਇੱਧਰ ਫਿਰ ਮਹਾਰਾਜ ਕਹਿਣ ਲੱਗੇ, ਸ੍ਰੀ ਅਰਜਨ ਦੇਵ ਤੇ ਸਾਡੀਆਂ ਖੁਸ਼ੀਆਂ ਨੇ, ਜਿਨ੍ਹਾਂ ਨੇ ਸਾਡਾ ਹੁਕਮ ਮੰਨਿਆ ਹੈ। ਸਾਧ ਸੰਗਤ ਮਹਾਰਾਜ ਨੇ ਫਿਰ ਗੁਰਤਾ ਗੁਰਗੱਦੀ ਦਾ ਵਾਰਸ ਜਾਣ ਕੇ ਤਿਲਕ ਲਾ ਕੇ ਗੁਰਤਾ ਗੁਰਗੱਦੀ ਜੀ ਦੀ ਬਖਸ਼ਿਸ਼ ਹੈ ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਰ ਦਿੱਤੀ। ਇਸ ਲਈ ਸਾਧ ਸੰਗਤ ਜੋ ਗੁਰੂ ਦਾ ਹੁਕਮ ਬਜਾਉਂਦਾ ਹੈ, ਗੁਰੂ ਦਾ ਹੁਕਮ ਮੰਨਦਾ ਹੈ, ਸੁਣ ਕੇ ਪਹਿਲੀ ਅਵਸਥਾ ਸਾਧ ਸੰਗਤ ਉਹ ਸੁਣਨ ਦੀ ਹੀ ਹੋਇਆ ਕਰਦੀ ਹੈ। ਦੂਸਰੀ ਅਵਸਥਾ ਉਹ ਜਿਹੜੀ ਹੈ ਸਾਧ ਸੰਗਤ ਉਹ ਮੰਨਣ ਦੀ ਹੋਇਆ ਕਰਦੀ ਹੈ। ਜਿਨ੍ਹਾਂ ਨੇ ਸੁਣ ਕੇ ਮੰਨਿਆ ਹੈ ਸਾਧ ਸੰਗਤ, ਉਹਨਾਂ ਦੇ ਬੇੜੇ ਪਾਰ ਹੋ ਜਾਇਆ ਕਰਦੇ ਨੇ। ਸੋ ਇਸ ਲਈ ਅਸੀਂ ਤੁਸੀਂ ਵੀ ਆਏ ਪਰਿਵਾਰ ਵਾਲਿਆਂ ਦੇ ਸੱਦੇ ਪੱਤਰ ਤੇ ਇੱਥੇ ਗੁਰੂ ਦਾ ਮਹਾਰਾਜ ਦਾ ਜਸ ਸਰਵਣ ਕੀਤਾ ਹੈ, ਉਹਨੂੰ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਉਣਾ ਹੈ, ਜ਼ਿੰਦਗੀ ਵਿੱਚ ਲੈ ਕੇ ਆਉਣਾ ਹੈ, ਤਾਂ ਸਾਨੂੰ ਗੁਰੂ ਦੀਆਂ ਖੁਸ਼ੀਆਂ ਮਿਲ ਜਾਣਗੀਆਂ। ਸੋ ਭਾਈ ਪਰਿਵਾਰ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਵਾਏ। ਆਹ ਦਰਗਾਹੀ ਸਮੇਂ ਦੀਆਂ ਹਾਜ਼ਰੀਆਂ ਭਰਵਾਈਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੋਦ ਦੇ ਵਿੱਚ। ਕੋਟਾਂ ਕੋਟ ਧੰਨਵਾਦ ਹੈ ਮਹਾਰਾਜ ਦਾ, ਆਪ ਜੀ ਸਮੁੱਚੀਆਂ ਸੰਗਤਾਂ ਦਾ। ਸੋ ਭਾਈ ਆਪਣਾ ਜੀਵਨ ਜਿਹੜਾ ਗੁਰੂ ਦੇ ਆਸ਼ੇ ਅਨੁਸਾਰ ਅਸੀਂ ਨਾਮ ਜਪ ਕੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਬਤੀਤ ਕਰੀਏ, ਕਮਾਈਏ ਗੁਰੂ ਮਹਾਰਾਜ ਦੇ ਬਚਨਾਂ ਨੂੰ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਆਖਰੀ ਧਾਰਨਾ ਪੜ੍ਹ ਕੇ ਫਿਰ ਆਪਾਂ ਆਨੰਦ ਸਾਹਿਬ ਦਾ ਪਾਠ ਕਰਨਾ ਹੈ। ਬਖਸ਼ਿਸ਼ਾਂ ਰਹਿਮਤਾਂ ਗੁਰੂ ਦੇ ਦਾਤੇ ਸ਼ਾਸਨ ਬੇਅੰਤ ਨੇ, ਲੈ ਕੇ ਕੌਣ ਜਾਂਦਾ? ਜਿਹੜਾ ਗੁਰੂ ਦਾ ਬਚਨ ਮੰਨਦਾ ਹੈ। ਇਸ ਲਈ ਇੱਥੇ ਕੋਈ ਦਾਸ ਅਕਸਰ ਬੇਨਤੀ ਕਰਿਆ ਕਰਦਾ ਕੀਰਤਨਾਂ ਦੇ ਵਿੱਚ, ਕੋਈ ਵਿਦਵਾਨ ਬਣ ਕੇ ਨਾ ਆਵੇ, ਕੋਈ ਗਿਆਨਵਾਨ ਬਣ ਕੇ ਨਾ ਆਵੇ,
मैं जानता हाँ आ फलाना गलत बोलता, कई इदां ही बैठे होंगे ने साध संगत, तो वो इउं ना आवे खाली झोली लैके बैठे। महाराज फिर खाली वस्तु विच ही आपां जानते हैं दूजी वस्त पिया करती है, जे पहले ही वो भांडा भरिया होवे किसी चीज़ दे नाल, उहदे विच कोई दूजी वस्तु पिया नहीं करती। इसलिए इत्थे विद्वता, इत्थे सियाणपा नहीं, इत्थे तां खाली झोली लैके आओ, ते कहना कि गुरु नूं आओ धारना पढ़िए। ज्ञान ध्यान दा पता ना मैनू कोई, सतगुरु मेरी लाज रख ले। ध्यान दा पता ना मैनू कोई, सतगुरु मेरी लाज रख ले। ज्ञान ध्यान दा महाराज ध्यान ध्यान किस कर्म न जाना, सार न जाना तेरी, सब ते बड़ा सतगुरु नानक जिन कल राखी मेरी। फिर बख्शिशां होया करदियां ने। आओ मना सब का पाठ जिहड़ी रचना धारना कीर्तन विच नहीं बोल